पौड़ी। आपीनै भोग भोग कै होए भस्मड़ पौर सदाया। वड्डा होआ दुनीदार गल संगल खत चलाया। अग्गै करनी कीरत वाचिए बै लेखा कर समझाया। थाऊ न होवी पाउंदई हुण सुनिए क्या रुआया। मन अंधे जन्म गवाया मन अंधे जन्म गवाया। वाहिगुरु जी का खालसा वाहिगुरु जी की फतेह। धन धन श्री गुरु ग्रंथ साहिब सच्चे सतगुरु पातशाह जी की साजी नवाजी गुरु प्यारी साध संगत जीओ। धन गुरु नानक साहब पातशाह जी की पावन बाणी आसा की वार की लड़ीवार विचार असी कर रहे हाँ और ये तीसरी पौड़ी का पाठ आप जी ने सरवण किया है। तीसरी पौड़ी दे नाल जो दो श्लोक गुरु नानक साहब पातशाह जी दे अंकत ने गुरु अर्जन साहब पातशाह ने कीते। विस्माद नाद विस्माद वेद यदि विचार और उस तो बाद कुदरत दिसै कुदरत सुनिए कुदरत पाओ सुख सार। ये दोनों श्लोक गुरु नानक साहब पातशाह दे ने आपने सरवण कीते। इन्हां दो श्लोकां तो बाद पावन पौड़ी गुरु नानक साहब पातशाह जी दी है। पाठ आपने सरवण कीता है। जे इस पौड़ी दे केंद्री भाव नूं आपां समझ गए, इस पौड़ी दे अंदर गुरु नानक साहब पातशाह की कहना चाहुंदे ने ते सब तो जो अखीरलियां पौड़ी दीयां पंक्तियां ने सानूं वो समझनियां पैणगियां। जो अखीरलियां पौड़ियां ने पावन पौड़ी दीयां अखीरलियां पंक्तियां ने मन अंधे जन्म गवाया। अन्ने मनुख अन्ने मन वाले मनुख ने अपनी इस जिंदगी नूं अपने इस मनुखा जन्म नूं अजाई गवाया है और अजाई गवाउंदियां होइयां दुनियावी रसां कसां नूं भोगां नूं भोगदियां होइयां ये मनुख परमात्मा तो टुट के अपने मूल नूं भुल के जिंदगी दे रसां कसां दे विच ही रहा और जिस मकसद लई परमात्मा ने इस नूं बनाया सी साजिया सी उस मकसद नूं ये भुल गया। असी पावन बाणी दे बचन पढ़ते हैं। प्राणी तू आया लाहा लैन लगा कित को फकड़े सब मुकदी चली रहन। तेरी जिंदगी दी रैन बतीत हो रही है पर जिस लाभ नूं कमाउण दी खातर तू आया सी उस लाभ नूं कमा नहीं रहा। जन्म गवाया दे अर्थ बनते ने गुरमुखो मानो कोई मनुख बाजार विच वपार करन लई जांदा है, घरों कुछ धन लैके जांदा है, उस धन नूं खर्च करके उसने कुछ लाभ कमाउणा हुंदा है। जिवें कोई 1000 रुपया लैके जांदा है ते जदों वापस घर नूं आवेगा ते जे वो 1000 दा 1500 2000 बना के लिआउंदा ते असीं कहांगे इहदा जाना ते इहदा आउणा सफल हो गया। 1000 लैके गया सी 1500 वट के लैके आया, 2000 वट के लैके आया, अज इहदा दिन सफल है। पर जेकर पल्लियों
ਗਿਆ ਹੋਇਆ ਵਪਾਰੀ 1000 ਰੁਪਇਆ ਗਵਾ ਕੇ ਆ ਜਾਏ ਤੇ ਖਾਲੀ ਹੱਥ ਵਾਪਸ ਆ ਜਾਏ, ਫਿਰ ਅਸੀਂ ਕਹਾਂਗੇ ਇਹ ਗਵਾ ਕੇ ਆਇਆ, ਅੱਜ ਦਾ ਇਹਦਾ ਦਿਨ ਬਿਰਥਾ ਹੀ ਚਲਾ ਗਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜਦੋਂ ਇਸ ਮਨੁੱਖਾ ਜ਼ਿੰਦਗੀ ਨੂੰ ਅਸੀਂ ਦੇਖਦੇ ਹਾਂ ਤੇ ਬਹੁਤਾਂਤ ਦੁਨੀਆ ਦੇ ਲੋਕ ਐਸੇ ਨੇ ਜਿਹੜੇ ਅੰਨੀ ਸੁਰਤ ਕਰਕੇ, ਮਨ ਦੇ ਅਗਿਆਨਤਾ ਕਰਕੇ, ਮਨ ਅੰਧਾ ਹੈ, ਮਨ ਦੀ ਅਗਿਆਨਤਾ ਕਰਕੇ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਗਵਾ ਰਹੇ ਨੇ। ਜਿਵੇਂ ਇੱਕ ਬਚਨ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਪੜ੍ਹਦੇ ਹਾਂ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਅਕਾਰਥ ਦਾ ਵੀ ਅਰਥ ਉਹੀ ਹੈ, ਬਿਰਥਾ। ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਗੋਬਿੰਦ ਦੇ ਗੁਣਾਂ ਨੂੰ ਤੂੰ ਗਾਇਆ ਹੀ ਨਹੀਂ। ਜਿਵੇਂ ਦੁਨਿਆਵੀ ਤੌਰ ਤੇ ਅਸੀਂ ਕਹਿੰਦੇ ਹਾਂ, ਜੇ 1000 ਲਾ ਕੇ 2000 ਕਮਾਇਆ ਹੀ ਨਹੀਂ ਤੇ ਤੇਰਾ ਦਿਨ ਵਿਅਰਥ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜੇ ਸਵਾਸਾਂ ਨੂੰ ਖਰਚ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੀ ਨਹੀਂ, ਇਸ ਜ਼ਿੰਦਗੀ ਦੇ ਸਵਾਸਾਂ ਨੂੰ ਹੰਢਾ ਕੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜੇ ਕੋਈ ਰੱਬੀ ਗੁਣਾਂ ਦੀ ਗੁਠਲੀ ਤਿਆਰ ਹੀ ਨਹੀਂ ਕੀਤੀ, ਕੋਈ ਰੱਬੀ ਗੁਣਾਂ ਨੂੰ ਗ੍ਰਹਿਣ ਹੀ ਨਹੀਂ ਕੀਤਾ, ਕੋਈ ਚੰਗੀਆਂ ਆਦਤਾਂ ਨੂੰ ਇਕੱਠਿਆਂ ਹੀ ਨਹੀਂ ਕੀਤਾ, ਇਹਦਾ ਭਾਵ ਤੂੰ ਆਪਣੀ ਜ਼ਿੰਦਗੀ ਨੂੰ ਗਵਾ ਲਿਆ ਹੈ। ਭਾਈ ਰੇ ਭਗਤਹੀਨ ਕਾਹੇ ਜਗ ਆਇਆ, ਗੁਰਪੂਰੇ ਕੀ ਸੇਵਨਾ ਕੀਤੀ, ਬਿਰਥਾ ਜਨਮ ਗਵਾਇਆ। ਇਸ ਕਰਕੇ ਹੁਣ ਇਸ ਪਾਵਨ ਪੌੜੀ ਦੇ ਅੰਦਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਸ ਅੰਨੀ ਸੁਰਤ ਵਾਲੇ, ਅੰਧੇ ਮਨ ਵਾਲੇ ਮਨੁੱਖ ਨੇ ਕਿੱਦਾਂ ਆਪਣੀ ਜ਼ਿੰਦਗੀ ਨੂੰ ਗਵਾਇਆ ਹੈ, ਕਿੱਦਾਂ ਆਪਣੇ ਜਨਮ ਨੂੰ ਗਵਾਇਆ ਹੈ, ਉਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਰਦੇ ਨੇ। ਆਓ ਇੱਕ ਇੱਕ ਬਚਨ ਆਪਾਂ ਸਮਝਣ ਦਾ ਯਤਨ ਕਰਦੇ ਹਾਂ। ਤੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ, ਆਪੀਨੈ ਭੋਗ ਭੋਗ ਕੈ ਹੋਏ ਭਸਮੜ ਭੌਰ ਸਦਾਇਆ। ਇਸ ਮਨੁੱਖਾ ਜਨਮ ਦੇ ਵਿੱਚ ਇਸ ਜੀਵ ਨੇ ਆਪੀਨੈ ਭੋਗ ਭੋਗ ਕੈ, ਆਪ ਹੀ ਭੋਗਾਂ ਨੂੰ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ। ਤੇ ਜਦੋਂ ਇਹ ਮਨੁੱਖ ਭੋਗਾਂ ਨੂੰ, ਰਸਾਂ ਕਸਾਂ ਨੂੰ ਭੋਗਦਾ ਹੋਇਆ, ਜਦੋਂ ਇਹ ਭਸਮੜ ਹੋਏ, ਭਸਮੜ, ਭਸਮਣ ਦਾ ਅਰਥ ਹੈ ਭਸਮ ਦੀ ਮੜੀ, ਮਿੱਟੀ ਬਣ ਗਿਆ। ਅਖੀਰ ਨੂੰ ਤਾਂ ਮਿੱਟੀ ਬਣਨ ਦਾ ਅਰਥ ਹੈ ਇਹ ਸਰੀਰ ਨਾਸ਼ਵਾਨ ਹੋ ਗਿਆ, ਨਾਸ਼ ਹੋ ਗਿਆ, ਇਹ ਸਰੀਰ ਮਰ ਗਿਆ। ਭੌਰ ਸਦਾਇਆ, ਇਹਦੇ ਵਿੱਚੋਂ ਭੌਰ ਸਦਾ ਦਾ ਅਰਥ ਹੈ ਭੌਰ ਚਲਾ ਗਿਆ, ਇਸ ਸਰੀਰ ਵਿੱਚੋਂ ਆਤਮਾ ਚਲੀ ਗਈ। ਭੌਰ ਸਦਾਇਆ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘਤ ਚਲਾਇਆ। ਵੱਡਾ ਹੋਆ, ਵੱਡਾ ਹੋਆ ਦਾ ਅਰਥ ਬੜਾ ਕੀਮਤੀ ਹੈ, ਸਮਝਣ ਵਾਲਾ ਹੈ। ਸਾਡੇ ਪੁਰਾਤਨ ਬਜ਼ੁਰਗਾਂ ਦੀਆਂ ਕੁਝ ਬੋਲੀਆਂ ਹੁੰਦੀਆਂ ਸਨ ਤੇ ਉਹ ਸਦਾ ਹੀ ਨੈਗੇਟਿਵਿਟੀ ਦੇ ਵਿੱਚ, ਆਪਾਂ ਇਹ ਕਹਿ ਲਓ ਵੀ ਕਦੇ ਵੀ ਉਲਟਾ ਨਹੀਂ ਸੀ ਸੋਚਦੇ। ਜਦੋਂ ਵੀ ਸੋਚਦੇ ਸਨ ਉਹ ਸਾਡੇ ਬਜ਼ੁਰਗ ਸਨ ਜਿਹੜੇ, ਉਹ ਚੰਗੇ ਪਾਸੇ ਨੂੰ ਸੋਚਦੇ ਸਨ, ਜਿਸ ਨੂੰ ਅਸੀਂ ਅੱਜ ਸ਼ਬਦ ਵਰਤਦੇ ਹਾਂ ਪੋਜ਼ਿਟਿਵ ਸੋਚਣਾ ਚਾਹੀਦਾ, ਨੈਗੇਟਿਵ ਨਹੀਂ ਸੋਚਣਾ ਚਾਹੀਦਾ। ਪਰ ਸਾਡੇ ਉਹਨਾਂ ਬਜ਼ੁਰਗਾਂ ਦੇ ਜੀਵਨ ਵਿੱਚ ਐਸੇ ਸ਼ਬਦ ਸਨ ਜਿਹੜੇ ਕਦੇ ਵੀ ਨਿਰਾਸ਼ਾ ਵੱਲ ਨਹੀਂ ਸੀ ਲੈ ਕੇ ਜਾਂਦੇ, ਸਦਾ ਹੀ ਉਤਸ਼ਾਹਿਤ ਕਰਦੇ ਸਨ ਮਨੁੱਖ ਨੂੰ ਅੱਤ ਦੇ ਦੁੱਖਾਂ ਦੇ ਵਿੱਚ, ਅੱਤ ਦੀਆਂ ਝੋਰੇ ਭਰੀਆਂ ਜ਼ਿੰਦਗੀ ਦੀਆਂ ਕਾਲਨਾਵਾਂ ਦੇ ਵਿੱਚ। ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਪੁਰਾਣਾ ਸਮਾਂ ਹੁੰਦਾ ਸੀ, ਕਦੇ ਲੰਗਰ ਚੱਲਣਾ, ਪ੍ਰਸ਼ਾਦਾ ਵਰਤਣਾ, ਤੇ ਗੁਰਮੁਖੋ ਜਦੋਂ ਕਦੇ ਲੰਗਰ ਦੇ ਵਿੱਚੋਂ ਖਾਣਾ ਖਤਮ ਹੋ ਜਾਣਾ, ਦਾਲ ਸਬਜ਼ੀ ਭਾਜੀ ਖਤਮ ਹੋ ਜਾਣੀ, ਤੇ ਸਾਡੇ ਬਜ਼ੁਰਗ ਇਹ ਸਨ ਕਿ ਨਹੀਂ ਕਹਿੰਦੇ ਸਨ ਵੀ ਖਾਣਾ ਮੁੱਕ ਗਿਆ, ਖਾਣਾ ਖਤਮ ਹੋ ਗਿਆ। ਕੀ ਕਹਿੰਦੇ ਸੀ? ਕਹਿੰਦੇ ਸੀ ਲੰਗਰ ਮਸਤਾਨਾ ਹੋ ਗਿਆ। ਸ਼ਬਦ ਬਤਾਉਂਦੇ ਸੀ ਲੰਗਰ ਮਸਤਾਨਾ ਹੋ ਗਿਆ। ਜਦੋਂ ਕਦੇ ਘਰ ਵਿੱਚ ਕਿਸੇ ਬਜ਼ੁਰਗ ਨੇ ਚੜ੍ਹਾਈ ਕਰ ਜਾਣਾ, ਇਹ ਨਹੀਂ ਸੀ ਕਿਹਾ ਜਾਂਦਾ ਇਹ ਫਲਾਨਾ ਬਜ਼ੁਰਗ ਮਰ ਗਿਆ, ਕਹਿੰਦੇ ਚੜ੍ਹਾਈ ਕਰ ਗਿਆ। ਜਾਂ ਸ਼ਬਦ ਬਤਾਉਂਦੇ ਸੀ ਪੂਰਾ ਹੋ ਗਿਆ, ਬਾਪੂ ਪੂਰਾ ਹੋ ਗਿਆ, ਫਲਾਨਾ ਸਿੰਘ ਪੂਰਾ ਹੋ ਗਿਆ, ਚੜ੍ਹਾਈ ਕਰ ਗਿਆ।
ਇਹ ਹੁੰਦਾ ਸੀ। ਤੁਸੀਂ ਕਦੇ ਨਿਹੰਗਾਂ ਸਿੰਘਾਂ ਸਾਡੇ ਨਿਹੰਗ ਸਿੰਘ ਨੇ ਉਹਨਾਂ ਦੇ ਕਦੇ ਬੋਲੇ ਦੇਖੋ, ਉਹਨਾਂ ਦੇ ਬੋਲੇ ਬੜੀ ਚੜ੍ਹਦੀ ਕਲਾ ਵਾਲੇ ਹੁੰਦੇ ਨੇ। ਜਿਵੇਂ ਕੋਈ ਲੰਗੜਾ ਮਨੁੱਖ ਹੈ, ਅਸੀਂ ਕਹਾਂਗੇ ਲੰਗੜਾ ਹੈ, ਪਰ ਨਿਹੰਗ ਸਿੰਘਾਂ ਦੀ ਬੋਲੀ ਹੈ ਕਹਿੰਦੇ ਸੁਚਾਲਾ ਸਿੰਘ, ਸੋਹਣੀ ਚਾਲ ਵਾਲਾ। ਇਸੇ ਤਰ੍ਹਾਂ ਦੇ ਨਾਲ ਸਾਡੇ ਬਜ਼ੁਰਗਾਂ ਦੇ ਪੁਰਾਣੇ ਬੋਲੇ ਹੁੰਦੇ ਸਨ। ਉਹਨਾਂ ਬੋਲਾਂ ਦੇ ਵਿੱਚੋਂ ਇੱਕ ਬੋਲਾ ਸੀ ਵੱਡਾ ਹੋਣਾ। ਵੱਡਾ ਹੋਣ ਦਾ ਅਰਥ ਸੀ ਮਰ ਜਾਣਾ, ਪੂਰਾ ਹੋਣਾ ਭਾਵ ਸਰੀਰ ਦਾ ਛੱਡ ਜਾਣਾ, ਨਾਸ਼ਵਾਨ ਹੋ ਜਾਣਾ। ਇਸੇ ਤਰ੍ਹਾਂ ਵੱਡਾ ਹੋਆ ਦੁਨੀਦਾਰ, ਜਦੋਂ ਇਹ ਦੁਨੀਆਦਾਰ ਬੰਦਾ, ਦੁਨੀਆ ਦੇ ਉੱਤੇ ਧਨ ਦਾ ਜੋ ਰੱਖਣ ਵਾਲਾ, ਪੈਸੇ ਦੀ ਤਾਕਤ ਉੱਤੇ ਜਿਉਣ ਵਾਲਾ, ਅਹੁਦੇ ਦਾ ਮਾਣ ਕਰਕੇ ਜ਼ਿੰਦਗੀ ਬਤੀਤ ਕਰਨ ਵਾਲਾ, ਹੰਕਾਰੀ ਜ਼ਿੰਦਗੀ ਬਤੀਤ ਕਰਨ ਵਾਲਾ ਮਨੁੱਖ, ਜਿਹਨੇ ਸਦਾ ਧਨ ਉੱਤੇ, ਸਰੀਰ ਦੀ ਤਾਕਤ ਉੱਤੇ, ਸਿਰਫ ਬਾਹਰੀ ਗਿਆਨ ਦੇ ਉੱਤੇ ਮਾਣ ਕਰਕੇ ਜ਼ਿੰਦਗੀ ਨੂੰ ਹੰਢਾਇਆ, ਜਿਸ ਨੇ ਜ਼ਿੰਦਗੀ ਵਿੱਚ ਜੀਭ ਦੇ, ਅੱਖਾਂ ਦੇ, ਕੰਨਾਂ ਦੇ ਰਸਾਂ ਨੂੰ ਮਾਣਿਆ, ਸਵਾਦਾਂ ਨੂੰ ਮਾਣਿਆ, ਪਰ ਸੱਚ ਗ੍ਰਹਿਣ ਨਹੀਂ ਕੀਤਾ। ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਕਦੇ ਵਰਤਿਆ ਹੀ ਨਹੀਂ, ਕਦੇ ਰੱਬੀ ਗੁਣਾਂ ਨੂੰ ਗ੍ਰਹਿਣ ਹੀ ਨਹੀਂ ਕੀਤਾ। ਬਾਦਸ਼ਾਹ ਕਹਿੰਦੇ ਉਹਨੂੰ ਕਿਹਾ ਜਾਂਦਾ ਦੁਨੀਦਾਰ, ਜਿਹਨੂੰ ਬਾਬਾ ਫਰੀਦ ਸਾਹਿਬ ਨੇ ਬਚਨ ਕੀਤਾ, ਫਰੀਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਕਹਿਣ ਲੱਗੇ ਦੁਨੀਆ ਦੀ ਖਾਤਰ, ਦੁਨੀਆ ਨੂੰ ਖੁਸ਼ ਕਰਦਿਆਂ ਕਰਦਿਆਂ ਆਪਣੇ ਧਰਮ ਨੂੰ ਗਵਾ ਲਿਆ, ਸੱਚ ਨੂੰ ਗਵਾ ਲਿਆ, ਚੰਗੇ ਗੁਣਾਂ ਨੂੰ ਗਵਾ ਦਿੱਤਾ। ਦੁਨੀ ਨਾ ਚਾਲੀ ਸਾਥ। ਪਰ ਜਿਹੜੀ ਦੁਨੀਆ ਦੀ ਖਾਤਰ ਸੱਚ ਤੋਂ ਪਾਸੇ ਹਟ ਗਿਆ ਸੀ, ਜਿਸ ਦੁਨੀਆ ਦੀ ਖਾਤਰ ਰੱਬ ਵਾਲੇ ਪਾਸੇ ਤੋਂ, ਧਰਮ ਵਾਲੇ ਪਾਸੇ ਤੋਂ ਮੂੰਹ ਮੋੜ ਲਿਆ ਸੀ, ਉਹਨਾਂ ਵਿੱਚੋਂ ਇੱਕ ਵੀ ਤੇਰੇ ਨਾਲ ਨਹੀਂ ਚੱਲਿਆ। ਜਿਹੜੇ ਦੁਨੀਆਦਾਰ ਬੰਦਿਆਂ ਦੀ ਖਾਤਰ ਤੂੰ ਗੁਰੂ ਵਾਲੇ ਪਾਸੇ ਤੋਂ ਪਰੇ ਹੋ ਗਿਆ ਸੀ, ਉਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਜਾਣ ਵਾਲਾ। ਫਰੀਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਇਹਦਾ ਅਰਥ ਇਹ ਬਣਦਾ ਹੈ ਕਿ ਜੇ ਤੂੰ ਗੁਰੂ ਨੂੰ ਛੱਡ ਕੇ, ਸੱਚ ਨੂੰ ਛੱਡ ਕੇ, ਧਰਮ ਨੂੰ ਛੱਡ ਕੇ, ਜੇ ਤੂੰ ਦੁਨੀਆ ਨੂੰ ਖੁਸ਼ ਕਰਕੇ ਜ਼ਿੰਦਗੀ ਗੁਜ਼ਾਰ ਰਿਹਾ ਹੈ, ਕਿਸੇ ਦਾ ਕੁਝ ਨਹੀਂ ਵਿਗੜਦਾ ਪਿਆ, ਆਪਣੇ ਪੈਰਾਂ ਤੇ ਕੁਹਾੜੀ ਆਪ ਹੀ ਮਾਰ ਰਿਹਾ। ਤੂੰ ਆਪਣੇ ਆਪ ਨੂੰ ਨਾਸ਼ਤਾ ਵੱਲ ਲੈ ਕੇ ਜਾ ਰਹੇ ਆ, ਖਾਤਮੇ ਵੱਲ ਲੈ ਕੇ ਜਾ ਰਹੇ ਆ। ਇਸੇ ਤਰ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਜਦੋਂ ਇਹ ਜੀਵ ਦੁਨੀਆ ਦੇ ਧੰਦਿਆਂ ਵਿੱਚ ਫਸ ਕੇ ਜਦੋਂ ਮਰਦਾ ਹੈ, ਇਹਦੇ ਗਲ ਵਿੱਚ ਫਿਰ ਸੰਗਲ ਪਾ ਲਏ ਜਾਂਦੇ ਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਨਾਤਨ ਮਤ ਦੀ ਉਸ ਵਿਚਾਰਧਾਰਾ ਦਾ ਜ਼ਿਕਰ ਕਰਦਿਆਂ ਹੋਇਆਂ ਸਾਨੂੰ ਸਮਝਾਇਆ, ਗਲ ਸੰਗਲ ਘੱਤ ਚਲਾਇਆ। ਗਲ ਵਿੱਚ ਸੰਗਲ ਪਾ ਕੇ ਇਹ ਮਨੁੱਖ ਨੂੰ ਅੱਗੇ ਲਾ ਲਿਆ ਜਾਂਦਾ। ਘੱਤ ਚਲਾਇਆ ਦਾ ਕੀ ਅਰਥ? ਅੱਗੇ ਲਾ ਲਿਆ ਜਾਂਦਾ। ਔਰ ਗੁਰਮੁਖੋ ਸੱਚ ਤਾਂ ਇਹ ਹੈ, ਕੇਵਲ ਸਰੀਰ ਤਿਆਗਣ ਤੋਂ ਬਾਅਦ ਹੀ ਨਹੀਂ, ਸਾਡੇ ਗਲ ਵਿੱਚ ਸੰਗਲ, ਸਾਡੇ ਗਲ ਜੰਜੀਰਾਂ ਇਸ ਸਰੀਰ ਵਿੱਚ ਸਵਾਸ ਚੱਲਦਿਆਂ ਚੱਲਦਿਆਂ, ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਵੀ ਪਏ ਰਹਿੰਦੇ ਆ। ਔਰ ਸੱਚਾਈ ਇਹ ਹੈ, ਜਿਹੜਾ ਬੰਦਾ ਜਿਉਂਦੇ ਜੀ ਇਹਨਾਂ ਵਕਾਰਾਂ ਦੇ, ਇਹਨਾਂ ਦੁਨਿਆਵੀ ਪਦਾਰਥਾਂ ਦੇ ਰਸਾਂ ਕਸਾਂ ਦੇ ਬੰਧਨਾਂ ਦੇ ਵਿੱਚ ਜਕੜਿਆ ਹੋਇਆ, ਔਰ ਜਕੜਿਆ ਹੋਇਆ ਸਰੀਰ ਛੱਡ ਗਿਆ, ਮਰਨ ਤੋਂ ਬਾਅਦ ਦੁਨੀਆ ਦੀ ਕੋਈ ਤਾਕਤ ਉਸ ਨੂੰ ਵਕਾਰਾਂ ਤੋਂ ਪਾਸੇ ਨਹੀਂ ਕਰ ਸਕਦੀ, ਪਾਪਾਂ ਤੋਂ ਪਰੇ ਨਹੀਂ ਕਰ ਸਕਦੀ। ਇਸ ਕਰਕੇ ਬਾਬਾ ਜੀ ਨੇ ਕਿਹਾ, ਈਹਾ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਜੇ ਅੱਗੇ ਸੌਖਾ ਬੈਠਣਾ ਚਾਹੁੰਦਾ ਹੈ ਪਰਮੇਸ਼ਰ ਦੇ ਦੁਆਰ ਦੇ ਵਿੱਚ, ਸੌਖਾ ਬੈਠਣਾ ਚਾਹੁੰਦਾ ਹੈ, ਤੇ ਇੱਥੇ ਕੁਝ ਨਾ ਕੁਝ ਸੱਚ ਦੀ ਕਮਾਈ ਕਰਕੇ ਜਾ। ਅਮਲ ਜੇ ਕੀਤੇ ਦੁਨੀ ਵਿੱਚ ਤਾਂ ਦਰਗਾਹ ਆਏ ਕੰਮ। ਇੱਥੇ ਚੰਗੇ ਕੀਤੇ ਹੋਏ ਕਰਮ ਪਰਮੇਸ਼ਰ ਦੇ ਦਰਵਾਜ਼ੇ ਤੇ ਤੇਰੇ ਕੰਮ ਆਉਣਗੇ। ਗਲ ਸੰਗਲ ਕੱਤ ਚਲਾਇਆ, ਗਲ ਵਿੱਚ ਸੰਗਲ ਪਾ ਕੇ ਅੱਗੇ ਲਾ ਲਿਆ ਜਾਂਦਾ ਇਸ ਮਨੁੱਖ ਨੂੰ। ਅਰਥ ਬਣਦਾ ਹੈ ਕਿ ਸੱਚ ਇਹ ਹੈ ਗੁਰਮੁਖੋ, ਕੇਵਲ ਸਰੀਰ ਤਿਆਗਣ ਤੋਂ ਬਾਅਦ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ,
नानक औगण जे तड़े ते गली जंजीर। आ जिन्ने तू औगण लई फिरदा ना, माड़ियां आदतां लई फिरदा, औगण माड़ियां आदतां, काम क्रोध लोभ मोह हंकार ठगी झूठ फरेब चलाकियां, ये तेरे गल विच पईयां होईयां जंजीरां ने, ये गल च पईयां जंजीरां ने। नानक औगण जे तड़े ते गली जंजीर, जे गुण होण तां कट्टीअन। ये जिहड़े फिर पए होईयां ये जंजीरां ने, जिहड़े पए होए संगल ने, ये मिटणगे किवें, किवें टुटणगे? कहण लगे रब्बी गुणां दे करके। जिवें आपां कहने आ ना, मेरा भरा होवे ते मेरियां जंजीरां तोड़ देवे, गुरु नानक साहब पातशाह कहंदे जे गुण होण तां गुण इन्हां वकारां दे बंधनां नूं कट दिंदे हन। इसे तरह दे नाल जिन्हों बाबा जी ने कहा कबीर पंछी है कड़ो फाही वाल 50। ये पंछी कल्ला है, इनू पकड़न वाले विकार, इनू जकड़न वाले पाप 50 इहदे आले दुआले घुमदे पए हन। गल संगल कत चलाया अग्गै करनी कीरत वाची है। वाची का अर्थ है देखी जाती है। उस परलोक दे विच परमेश्वर दे दर दे उत्ते इहदे कीती हुई करनी नूं देखिया जांदा है, इहदे धर्म नूं नहीं। करनी कीरत वाची है, उत्थे रब दी किन्नी कीर्ति कीती है, इहदी कर काम की करके आया है, उत्थे करनी नूं वाचिया जांदा है। रब दी दरगाह विच कीते होए अमलां नूं देखिया जांदा है। उत्थे गुरमुखों उत्थे धर्म दा पहरावा नहीं वाचिया जांदा, उत्थे धर्म नहीं वाचिया जांदा, उत्थे जात नहीं देखी जांदी, उत्थे रूप ते रंग नहीं देखिया जांदा। उत्थे की देखिया जांदा है? अग्गै करनी कीरत वाची है। उस परमेश्वर दे दरबार दे विच केवल ते केवल जे तू परमात्मा दी सिफत सलाह कीती है, चंगी कमाई नूं ही थां मिलदी है। बै लेखा कर समझाया, उत्थे तेरे पापां दी लिस्ट खुलदी है, तैनूं दस दिता जांदा है। समझाया दा की अर्थ है? तैनूं बिठा के दस्सिया जांदा है आ हा पाप कीते हन। थाओ ना हो भी पाउंदे हुण सुणीए क्या रवाया। माया दे भोगां दे विच फसन दे करके ये मनुख नूं परमेश्वर दे दरबार विच मार पैंदी है, ढोई नहीं मिलदी। हुण सुणीए क्या रवाया, उत्थे तैनूं रोंदियां होइयां कोई सुणन वाला नहीं है। जिउंदे जी रोंदा सी, मां चुप करा लैंदी सी, रुस जांदा सी, पिता चुप करा लैंदा सी। पर जदों तेरे उत्थे पापां दी तेरी करनी देखी जानी है, हुण सुणीए क्या रवाया, उत्थे तैनूं रोंदियां नूं किसे ने नहीं सुनना। क्यों नहीं सुनना? क्योंकि मन अंधा जन्म गवाया। क्योंकि अन्ने मन वाले प्राणी तू अपने जन्म नूं गवाया है। जे जन्म नूं गवाया, जे इस लोक नूं गवाया है, तो परलोक विच तैनूं सुख नहीं मिल सकता। इसी नूं बाबा जी ने कहा, कहन लगे फरीदा जे तू अकल लतीफ काले लिख ना लेख। जे तू सचमुच अपने आप नूं अकल लतीफ मनदा, सियाणा मनदा, ते अपनी जिंदगी दी स्लेट दे उपर माड़े कर्म ना लिख। आप नड़ै गिरीवान में सिर नीवा कर देख। सिर नूं उच्चा करके लोकां दे गुनाह देखदा, धौण नूं उच्ची करके लोकां दे घरां विच देखदा। पर किन्ना चंगा होवे सिर नूं नीवा करके अपनी झोली विच पए होए अपनी मैल नूं, अपने गुनाहां नूं देख लवे। अपने अंदर मन अंदर झाती मार के अपनी आत्मा दी अपने मन विच देखे किन्नी क मैल पई हुई है। इस करके मन अंधा जन्म गवाया। इस अंधे मन वाले मनुख ने अपनी जिंदगी नूं वकारां दे विच पापां दे विच ही गवा लिया है। सतगुरु पातशाह कृपा करन। गुरमुखो ये जिउंदे जी बाबा जी ने कहा आगे सुख मेरे मीता, पर कदों पाछे आनंद प्राप्त कीता। जिन्हां ने पिछे आनंद प्राप्त कीता अगे सुख उन्हां नूं मिलदा है। जिन्हां ने जिन्नी नाम ते आया गए मशक्कत काल, नानक ते मुख उजले। हे नानक रब दे दर ते उन्हां दे मुख सोहणे ने जिन्हां ने इत्थे सच दियां मशक्कतां घालियां ने, जिन्हां ने इत्थे जिउंदे जी नाम जपिया है।
सतगुरु पातशाह कृपा करन, गुरु की बाणी का एक एक बचन साडे हिरदे विच वसे। भुलां चुकां दी खिमा फतेह बुलाओ आखो जी। वाहिगुरू जी का खालसा, वाहिगुरू जी